ਗੁਰਬਾਣੀ ਉਪਦੇਸ਼ ਦੇ ਫਲਸਰੂਪ ਸਮੇਂ-ਸਮੇਂ ਕਈ ਗੁਰਮੁਖ ਸ਼ਖਸੀਅਤਾਂ ਇਸ ਸੰਸਾਰ ਉੱਤੇ ਆਈਆਂ ਤੇ ਗੁਰੂ ਹੁਕਮਾਂ ਦੀ ਕਮਾਈ ਕਰਕੇ ਆਪਣਾ ਬਣਦਾ ਬਹੁਮੁੱਲਾ ਯੋਗਦਾਨ ਪਾਉਂਦੀਆਂ ਰਹੀਆਂ। ਮਾਲਵੇ ਖਿੱਤੇ 'ਚ ਅਜਿਹੇ ਹੀ ਪਰਉਪਕਾਰੀ ਗੁਰਮੁਖਾਂ ਵਿੱਚੋਂ ਇੱਕ ਬਹੁਤ ਉੱਘੀ ਤੇ ਸਤਿਕਾਰਿਤ ਸ਼ਖਸੀਅਤ ਦੇ ਮਾਲਕ ਸਨ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ। ਉਹਨਾਂ ਨੇ ਗੁਰਬਾਣੀ ਅਧਿਆਤਮਿਕਤਾ ਦੇ ਚਾਨਣ 'ਚ ਸਾਧਨਾ ਕਰਕੇ ਆਪਣੇ ਮਨ ਨੂੰ ਜਿੱਤਿਆ ਤੇ ਇਸ ਸਾਧਨਾ ਸਦਕਾ ਜੀਵਨ ਦਾ ਹਰ ਕਾਰਜ ਗੁਰਬਾਣੀ ਦੀ ਤਰ੍ਹਾਂ ਨਿਰਮਲ ਤੇ ਉਸਾਰੂ ਬਿਰਤੀ ਦਾ ਧਾਰਨੀ ਬਣਾਇਆ। ਖੜੇ ਸਮੇਂ 'ਚ ਸਿੱਖੀ ਦੀ ਵਾਗਡੋਰ ਸੰਭਾਲਦੇ ਹੋਏ ਉਹਨਾਂ ਨੇ ਸਿੱਖਾਂ ਦੀ ਧਾਰਮਿਕ, ਸਮਾਜਿਕ, ਰਾਜਨੀਤਿਕ, ਵਿਦਿਅਕ ਆਦਿ ਅਨੇਕ ਪੱਖਾਂ ਤੋਂ ਅਗਵਾਈ ਕੀਤੀ। ਉਹਨਾਂ ਦੀ ਸੁਯੋਗ ਪ੍ਰੇਰਣਾ ਸਦਕਾ ਹੀ ਬਹੁਤ ਸਾਰੇ ਸਕੂਲ, ਕਾਲਜ ਤੇ ਧਾਰਮਿਕ ਵਿਦਿਆ ਦੇ ਅਦਾਰੇ ਆਰੰਭ ਕਰਵਾਏ ਗਏ ਤੇ ਗੁਰੂ ਘਰਾਂ ਦੀ ਉਸਾਰੀ ਹੋਈ। ਸੰਤਾਂ ਨੇ ਪਰਉਪਕਾਰੀ ਉਮਾ ਦੀ ਬਿਰਤੀ ਅਧੀਨ ਕਈ ਧਾਰਮਿਕ ਤੇ ਸਮਾਜਿਕ ਲਹਿਰਾਂ ਦੇ ਵਿੱਚ ਭਰਪੂਰ ਹਿੱਸਾ ਵੀ ਲਿਆ। ਸੰਤ ਜੀ ਕਿੱਡੀ ਵੱਡੀ ਸ਼ਖਸੀਅਤ ਸਨ, ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਵਿਸ਼ਵ ਪ੍ਰਸਿੱਧ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਮਦਨ ਮੋਹਨ ਮਾਲਵੀਆ ਜੀ ਨੇ ਉਹਨਾਂ ਤੋਂ ਰਖਵਾਇਆ। ਆਓ ਜਾਣੀਏ ਨੀਂਹ ਪੱਥਰ ਰੱਖਣ ਦਾ ਇਹ ਪੂਰਾ ਕਿੱਸਾ। ਸੰਸਕ੍ਰਿਤ ਕਾਲਜ ਦੀ ਨੀਂਹ ਪੱਥਰ ਦਾ ਪ੍ਰਸਤਾਵ ਪੰਡਿਤ ਮਦਨ ਮੋਹਨ ਮਾਲਵੀਆ ਨੇ ਆਪਣੇ ਗੁਰੂ ਸਾਗਰ ਮਸਤੂਆਣਾ ਸਾਹਿਬ ਪਹੁੰਚ ਕੇ ਸੰਤ ਅਤਰ ਸਿੰਘ ਜੀ ਅੱਗੇ ਰੱਖਿਆ ਤੇ ਪ੍ਰਣਾਮ ਕਰਕੇ ਸੁਨਿਮਰ ਪ੍ਰਾਰਥਨਾ ਕੀਤੀ। ਅਸੀਂ ਸਰਸਵਤੀ ਦੀ ਧਾਰਾ ਵਿਦਿਆ ਦਾ ਸੋਮਾ ਕਾਸ਼ੀ ਵਿੱਚ ਕਾਸ਼ੀ ਹਿੰਦੂ ਵਿਸ਼ਵ ਵਿਦਿਆਲੇ ਸਥਾਪਿਤ ਕਰਨ ਦਾ ਪ੍ਰਸਤਾਵ ਕੀਤਾ ਹੈ। 10 ਮਾਘ 1971 ਯਾਨੀ 1914 ਈਸਵੀ ਨੂੰ ਕਾਸ਼ੀ ਵਿਸ਼ਵ ਵਿਦਿਆਲੇ ਦੇ ਸੰਸਕ੍ਰਿਤ ਕਾਲਜ ਦਾ ਨੀਂਹ ਪੱਥਰ ਆਪ ਜੀ ਦੇ ਪਾਵਨ ਕਾਰ ਕਮਲਾਂ ਤੋਂ ਰਖਵਾਉਣ ਦਾ ਪ੍ਰਸਤਾਵ ਪਾਸ ਕੀਤਾ ਹੈ। ਨੀਂਹ ਪੱਥਰ ਰੱਖਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਅਖੰਡ ਪਾਠ ਕਰਨ ਦਾ ਪ੍ਰਸਤਾਵ ਵੀ ਪਾਸ ਹੋਇਆ ਹੈ। ਦਰਸ਼ਨ ਦੇ ਕੇ ਕ੍ਰਿਤਾਰਥ ਕਰੋ। ਸੰਤ ਜੀ ਮਹਾਰਾਜ ਨੇ ਪ੍ਰਾਰਥਨਾ ਪ੍ਰਵਾਨ ਕਰਕੇ ਮਾਣਯੋਗ ਪੰਡਿਤ ਮਦਨ ਮੋਹਨ ਮਾਲਵੀਆ ਦਾ ਬਹੁਤ ਮਾਨ ਸਨਮਾਨ ਕੀਤਾ। ਮਾਲਵੀਆ ਜੀ ਪ੍ਰਵਾਨਗੀ ਲੈ ਕੇ ਦੂਸਰੇ ਦਿਨ ਵਾਰਾਣਸੀ ਬਨਾਰਸ ਨੂੰ ਵਾਪਸ ਚਲੇ ਗਏ। ਪੰਡਿਤ ਮਦਨ ਮੋਹਨ ਮਾਲਵੀਆ ਦੇ ਸਬੰਧ 'ਚ ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਹ ਇੱਕ ਸਿਆਣੇ, ਸੂਝਵਾਨ ਤੇ ਵਿਦਵਾਨ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਵਿੱਚ ਕਿਸੇ ਅੱਛੀ ਤੇ ਉੱਚੀ ਸ਼ਖਸੀਅਤ ਨੂੰ ਪਰਖਣ ਦਾ ਗੁਣ ਵੀ ਸੀ। ਉਹਨਾਂ ਦੇ ਸਾਹਮਣੇ ਜਦੋਂ ਹਿੰਦੂ ਯੂਨੀਵਰਸਿਟੀ ਦੇ ਸਭ ਤੋਂ ਪਹਿਲੇ ਕਾਲਜ ਦੀ ਨੀਂਹ ਰੱਖਣ ਦਾ ਸਵਾਲ ਆਇਆ ਤਾਂ ਉਹਨਾਂ ਦੀ ਇਹ ਇੱਛਾ ਸੀ ਕਿ ਇਹ ਪਹਿਲਾ ਕਾਰਜ ਕਿਸੇ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ, ਭਜਨੀਕ ਪੁਰਸ਼ ਤੇ ਸਰਬ ਪ੍ਰਵਾਨਿਤ ਹਸਤੀ ਤੋਂ ਹੀ ਕਰਵਾਇਆ ਜਾਵੇ, ਕਿਉਂਕਿ ਇਹ ਹੀ ਹਿੰਦੂ ਯੂਨੀਵਰਸਿਟੀ ਦੀ ਸ਼ੁਰੂਆਤ ਸੀ। ਇਸ ਸਮੇਂ ਉਹਨਾਂ ਨੂੰ ਸੰਤ ਅਤਰ ਸਿੰਘ ਜੀ ਹੀ ਉਪਰੋਕਤ ਸਾਰੇ ਪੱਖਾਂ ਤੋਂ ਪੂਰੇ ਵਿਖਾਈ ਦਿੱਤੇ ਤੇ ਇਸੇ ਲਈ ਪੰਡਤ ਜੀ ਨੇ ਉਹਨਾਂ ਨੂੰ ਆ ਕੇ ਬੇਨਤੀ ਕੀਤੀ। ਕਿਉਂਕਿ ਉਸ ਵੇਲੇ ਅੰਗਰੇਜ਼ ਸਰਕਾਰ ਦਾ ਡੰਡਾ ਵੀ ਸਿਰ ਤੇ ਸੀ, ਇਸ ਲਈ ਉਹਨਾਂ ਯੂਨੀਵਰਸਿਟੀ ਦੇ ਪਹਿਲੇ ਕਾਰਜ ਦਾ ਆਰੰਭ ਸੰਤ ਜੀ ਪਾਸੋਂ ਕਰਵਾ ਕੇ ਦੂਸਰੇ ਦਿਨ ਆਰਟਸ ਕਾਲਜ ਦੀ ਨੀਂਹ ਲਾਰਡ ਹਾਰਡਿੰਗ ਪਾਸੋਂ ਰਖਵਾ ਕੇ ਖਾਨਾ ਪੂਰਤੀ ਕਰ ਦਿੱਤੀ। ਜਿਸ ਵੇਲੇ ਸੰਤ ਅਤਰ ਸਿੰਘ ਜੀ ਬਨਾਰਸ ਪੁੱਜੇ ਤੇ ਉਹਨਾਂ ਸੰਸਕ੍ਰਿਤ ਕਾਲਜ ਦਾ ਨੀਂਹ ਪੱਥਰ ਰੱਖਿਆ, ਉਸ ਸਮੇਂ ਦੇ ਵਰਤਾਂਤ ਨੂੰ ਪੇਸ਼ ਕਰਦੇ ਹੋਏ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਲਿਖਦੇ ਨੇ, ਨਿਯਤ ਦਿਨ ਤੇ ਮਹਾਰਾਜਾ ਰਿਪੂ ਦਮਨ ਸਿੰਘ ਜੀ ਨਾਭਾਪਤੀ ਨੇ ਆਪਣੀ ਵਿਸ਼ੇਸ਼ ਟ੍ਰੇਨ ਦੁਆਰਾ ਸੰਤ ਜੀ ਮਹਾਰਾਜ ਦੇ ਕਾਸ਼ੀ ਪੁੱਜਣ ਦਾ ਪ੍ਰਬੰਧ ਕੀਤਾ। ਆਪ ਜੀ ਜੱਥੇ ਸਮੇਤ ਵਾਰਾਣਸੀ ਪੁੱਜੇ ਤਾਂ ਸਟੇਸ਼ਨ ਉੱਤੇ ਮਾਲਵੀਆ ਜੀ ਸੇਠ ਸਾਲਗ੍ਰਾਮ ਸਿੰਘ ਸਮੇਤ ਸੰਗਤਾਂ ਦੇ ਸਵਾਗਤ ਵਾਸਤੇ ਪੁੱਜੇ ਹੋਏ ਸਨ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਤੇ ਪੁਸ਼ਪਾਂ ਦੀ ਵਰਖਾ 'ਚ ਸੰਤ ਜੀ ਮਹਾਰਾਜ ਰੇਲ ਤੋਂ ਉਤਰੇ। ਸਟੇਸ਼ਨ ਤੋਂ ਬਾਹਰ ਸੰਤ ਜੀ ਮਹਾਰਾਜ ਦੀ ਸਵਾਰੀ ਵਾਸਤੇ ਸਵਰਨ ਗੱਡੀ ਤਿਆਰ ਖੜੀ ਸੀ। ਇਹ ਸ਼ੋਭਾ ਯਾਤਰਾ ਬਨਾਰਸ ਦੇ ਇਤਿਹਾਸ 'ਚ ਅਲੌਕਿਕ ਸੀ। ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲਾ ਪਤੀ ਆਪਣੀ ਕਾਰ ਛੱਡ ਕੇ ਸੰਤ ਜੀ ਮਹਾਰਾਜ ਦੇ ਪਾਵਨ ਚਰਨਾਂ 'ਚ ਜਾ ਚੁੱਕੇ।
ਮਹਾਰਾਜ ਭੁਪਿੰਦਰ ਸਿੰਘ ਜੀ ਨੂੰ ਵੇਖ ਕੇ ਕਿੰਨੇ ਹੀ ਰਾਜੇ ਮਹਾਰਾਜੇ ਸੰਤ ਜੀ ਮਹਾਰਾਜ ਨੂੰ ਪ੍ਰਣਾਮ ਕਰਨ ਲੱਗੇ। ਉੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤਾਂ, ਗੁਰਬਾਣੀ ਦੀ ਮਹਾਨਤਾ, ਸਤਿਗੁਰੂਆਂ ਦੇ ਉਪਕਾਰਾਂ ਬਾਰੇ ਅਦੁੱਤੀ ਪ੍ਰਚਾਰ ਵੀ ਹੋਇਆ। ਜਿਸ ਥਾਂ ਤੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਸੰਸਕ੍ਰਿਤ ਕਾਲਜ ਦੀ ਨੀਂਹ ਰੱਖਣੀ ਸੀ, ਉੱਥੇ ਸੁੰਦਰ ਪੰਡਾਲ ਤਿਆਰ ਕੀਤਾ ਗਿਆ। ਗੁਰਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਅਖੰਡ ਪਾਠ ਆਰੰਭ ਕੀਤੇ। ਅਖੰਡ ਪਾਠਾਂ ਦੇ ਭੋਗ ਸਮੇਂ ਸਾਰੇ ਦੇਸ਼ ਦੇ ਰਾਜੇ ਮਹਾਰਾਜੇ, ਰਈਸ, ਸੇਠ, ਸਰਦਾਰ, ਸਾਰੇ ਭੇਖਾਂ ਦੇ ਵਿਦਵਾਨ ਪ੍ਰਤਿਸ਼ਠਿਤ ਵਿਅਕਤੀ ਇਕੱਤਰ ਹੋਏ, ਜੋ ਇਕਾਗਰ ਚਿੱਤ ਪਾਠ ਸਰਵਣ ਕਰ ਰਹੇ ਸਨ। ਧੰਨ ਸਨ ਪੂਜਯ ਸੰਤ ਅਤਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਦੇ ਪਾਵਨ ਕਥਨ ਅਨੁਸਾਰ ਸਮੂਹ ਭਾਰਤ ਵਰਸ਼ ਦੇ ਰਾਜੇ ਮਹਾਰਾਜੇ, ਨਵਾਬ, ਰਈਸ, ਧਨ ਕੁਬੇਰ ਇਕੱਤਰ ਕਰਕੇ ਇੱਕ ਥਾਂ ਬਿਠਾ ਕੇ ਸਮੂਹ ਸੰਗਤਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਬਖਸ਼ ਕੇ ਸਤਿਗੁਰਾਂ ਦੇ ਉਪਕਾਰ ਦਾ ਸਿੱਕਾ ਬਿਠਾਇਆ। ਅਖੰਡ ਪਾਠਾਂ ਦੇ ਭੋਗ ਸਮੇਂ ਸੰਤ ਅਤਰ ਸਿੰਘ ਜੀ ਨੇ ਆਪ ਕੀਰਤਨ ਕੀਤਾ। ਭੋਗ ਸਮੇਂ ਹੀ ਪੰਡਤ ਮਦਨ ਮੋਹਨ ਮਾਲਵੀਆ ਨੇ ਆਪ ਖੜੇ ਹੋ ਕੇ ਕੁਝ ਸ਼ਬਦ ਕਹੇ। ਇਹਨਾਂ ਸ਼ਬਦਾਂ ਵਿੱਚ ਜਿੱਥੇ ਮਾਲਵੀਆ ਜੀ ਨੇ ਸਿੱਖਾਂ ਵੱਲੋਂ ਹਿੰਦੂ ਧਰਮ ਤੇ ਦੇਸ਼ ਦੀ ਰਾਖੀ ਕਰਨ ਦੀ ਹਾਮੀ ਭਰੀ, ਉੱਥੇ ਹਿੰਦੂਆਂ ਨੂੰ ਆਪਣੇ ਆਪਣੇ ਪਰਿਵਾਰਾਂ ਵਿੱਚੋਂ ਇੱਕ ਬੱਚੇ ਨੂੰ ਸਿੰਘ ਸਜਾਉਣ ਦਾ ਨੇਕ ਮਸ਼ਵਰਾ ਵੀ ਦਿੱਤਾ। ਅਖੰਡ ਪਾਠਾਂ ਦੇ ਭੋਗ ਤੋਂ ਮਗਰੋਂ ਆਪ ਜੀ ਨੇ ਕੀਰਤਨ ਕੀਤਾ। ਇਸ ਸਮੇਂ ਮਾਲਵੀਆ ਜੀ ਨੇ ਸੰਖੇਪ ਕਿੰਤੂ ਭਾਵਪੂਰਤ ਪ੍ਰਵਚਨ ਦਿੱਤਾ। ਗੁਰੂ ਕੇ ਸਿੰਘ ਹਿੰਦੂ ਧਰਮ ਤੇ ਭਾਰਤ ਦੀ ਤਨ ਮਨ ਧਨ ਦੁਆਰਾ ਸदैव ਰੱਖਿਆ ਕਰਦੇ ਰਹੇ ਨੇ। ਇਸ ਵਾਸਤੇ ਮੈਂ ਹਿੰਦੂ ਜਾਤੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਹਰ ਹਿੰਦੂ ਵੀਰ ਆਪਣੇ ਪਹਿਲੇ ਬੱਚੇ ਨੂੰ ਅੰਮ੍ਰਿਤ ਪਾਨ ਕਰਾ ਕੇ ਗੁਰੂ ਕਾ ਸਿੰਘ ਬਣਾਵੇ। ਹੁਣ ਮੈਂ ਸ਼੍ਰੀ ਸੰਤ ਜੀ ਮਹਾਰਾਜ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਾਸ਼ੀ ਹਿੰਦੂ ਵਿਸ਼ਵਵਿਦਿਆਲੇ ਦੇ ਸੰਸਕ੍ਰਿਤ ਕਾਲਜ ਦਾ ਨੀਂਹ ਪੱਥਰ ਰੱਖਣ ਦੀ ਕਿਰਪਾ ਕਰਨ। ਇਸ ਤੋਂ ਮਗਰੋਂ ਸੰਤ ਜੀ ਮਹਾਰਾਜ ਨੀਂਹ ਪੱਥਰ ਰੱਖਣ ਵਾਸਤੇ ਉਸ ਥਾਂ ਪੁੱਜੇ ਤਾਂ ਮਹਾਰਾਜਾ ਗੰਗਾ ਸਿੰਘ ਜੀ ਵਾਲੀਏ ਬੀਕਾਨੇਰ ਨੇ ਚਾਂਦੀ ਦੀ ਤੁਗਾਰੀ ਵਿੱਚ ਨੀਂਹ ਦਾ ਮਸਾਲਾ ਸੰਤ ਜੀ ਮਹਾਰਾਜ ਅੱਗੇ ਪੇਸ਼ ਕੀਤਾ ਤੇ ਮਹਾਰਾਜ ਪ੍ਰਭੂ ਨਾਰਾਇਣ ਸਿੰਘ ਕਾਸ਼ੀਪਤੀ ਨੇ ਸੁਨਹਿਰੀ 11 ਇੱਟਾਂ ਨੀਹਾਂ ਵਿੱਚ ਰੱਖਣ ਵਾਸਤੇ ਸੰਤ ਜੀ ਮਹਾਰਾਜ ਨੂੰ ਅਰਪਣ ਕੀਤੀਆਂ। ਆਪ ਜੀ ਨੇ ਸੋਨੇ ਦੀ ਕਰੰਡੀ ਨਾਲ ਸੰਸਕ੍ਰਿਤ ਕਾਲਜ ਦੀ ਨੀਂਹ ਵਿੱਚ ਮਸਾਲਾ ਪਾ ਕੇ ਆਪਣੇ ਪਾਵਨ ਕਰ ਕਮਲਾਂ ਨਾਲ ਸੁਨਹਿਰੀ 11 ਇੱਟਾਂ ਨੀਂਹ ਵਿੱਚ ਰੱਖੀਆਂ ਤੇ ਸੰਗਤ ਸਮੇਤ ਇਸ ਸ਼ਬਦ ਦਾ ਕੀਰਤਨ ਕੀਤਾ। ਭਲਾ ਸੁਜੋਗ ਮੂਰਤ ਪਲ ਸਾਚਾ, ਅਬ ਚਲ ਨੀਂਵ ਰਖਾਈ। ਨੀਂਹ ਪੱਥਰ ਰੱਖਣ ਮਗਰੋਂ ਮਹਾਰਾਜਾ ਪ੍ਰਭੂ ਨਾਰਾਇਣ ਸਿੰਘ ਕਾਸ਼ੀ ਨਰੇਸ਼ ਨੇ ਸੰਤ ਜੀ ਮਹਾਰਾਜ ਨੂੰ ਪ੍ਰਾਰਥਨਾ ਕਰਕੇ ਇੱਕ ਹਫ਼ਤਾ ਆਪਣੇ ਮਹਿਮਾਨ ਬਣਾ ਕੇ ਮਿੰਟ ਹਾਊਸ ਵਿੱਚ ਰੱਖਿਆ। ਮਦਨ ਮੋਹਨ ਮਾਲਵੀਆ ਵੱਲੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਕ੍ਰਿਤ ਕਾਲਜ ਦੀ ਨੀਂਹ ਸੰਤ ਅਤਰ ਸਿੰਘ ਜੀ ਪਾਸੋਂ ਰਖਵਾਏ ਜਾਣ ਦਾ ਹਵਾਲਾ ਦਿੰਦੇ ਹੋਏ ਸੁਰਜੀਤ ਸਿੰਘ ਗਾਂਧੀ ਲਿਖਦੇ ਨੇ, In 1914, at the request of Shri Madan Mohan Malviya, Sant Ji laid the foundation of the Anglo-Sanskrit College at Banaras. ਇਸੇ ਪ੍ਰਸੰਗ 'ਚ ਰਤਨ ਸਿੰਘ ਜੱਗੀ ਲਿਖਦੇ ਨੇ, ਸਨ 1914 ਈਸਵੀ 'ਚ ਪੰਡਤ ਮਦਨ ਮੋਹਨ ਮਾਲਵੀਆ ਦੇ ਸੱਦੇ ਤੇ ਅਤੇ ਨਾਭਾਪਤੀ ਮਹਾਰਾਜ ਰਿਪੂ ਦਮਨ ਸਿੰਘ ਦੇ ਉਦਮ ਨਾਲ ਆਪ ਨੇ ਸਿੱਖ ਮਰਿਆਦਾ ਅਨੁਸਾਰ ਬਨਾਰਸ 'ਚ ਸੰਸਕ੍ਰਿਤ ਕਾਲਜ ਦੀ ਨੀਂਹ ਰੱਖੀ। ਬਨਾਰਸ ਵਿਖੇ ਰਖਵਾਈ ਇਹ ਸੰਸਕ੍ਰਿਤ ਕਾਲਜ ਦੀ ਨੀਂਹ ਨਹੀਂ, ਅਸਲ 'ਚ ਹਿੰਦੂ ਯੂਨੀਵਰਸਿਟੀ ਦੀ ਹੀ ਨੀਂਹ ਸੀ, ਕਿਉਂਕਿ ਇਸ ਤੋਂ ਪਹਿਲਾਂ ਇਸ ਯੂਨੀਵਰਸਿਟੀ ਦਾ ਕੋਈ ਵਜੂਦ ਨਹੀਂ ਸੀ ਤੇ ਇਸੇ ਕਾਲਜ ਨਾਲ ਹੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਸੰਤ ਅਤਰ ਸਿੰਘ ਜੀ ਦੁਆਰਾ ਬਨਾਰਸ ਵਿਖੇ ਹੋਇਆ ਇਹ ਕਾਰਜ ਸੱਚਮੁੱਚ ਹੀ ਬਹੁਤ ਵੱਡਾ ਤੇ ਸ਼ਲਾਘਾਯੋਗ ਸੀ।